ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਗਿਆਨ ਧਿਆਨ ਕਿਛ ਕਰਮ ਨ ਜਿਨ ਕਲ ਰਾਖੀ ਮੇਰੀ ਡੰਡੌਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀ ਅਹਨਸ ਸਹਜ ਸੁਭਾਇ ਦਰਸ਼ਨ ਪਰਸਹਿ ਗੁਰੂ ਜਨਮ ਮਰਨ ਦੁਖ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੰਦ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖੈ ਛੂਟਹਿ ਹਮ ਨਿਰਗੁਣ ਲੇਹੁ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੈ ਪਰਿਓ ਰਾਖ ਲੇਹੁ ਇਹ ਬਾਰੀ
ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਸ਼ੈ ਪਰਿਓ, ਰਾਖ ਲੇਹੁ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਚਬਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਅੱਜ ਜੋ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਟੋਡੀ ਰਾਗ ਦੇ ਵਿੱਚ ਜੋ ਪਾਵਨ ਹੁਕਮ ਦੀ ਦਾਤ ਬਖਸ਼ੀ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਪਾਸੋਂ ਅੱਜ ਦਾ ਹੁਕਮ ਸ਼ਬਦ ਰੂਪ ਵਿੱਚ ਆਪ ਜੀ ਨੇ ਸਰਵਨ ਕੀਤਾ ਹੈ। ਅੰਮ੍ਰਿਤਮਈ ਬਾਣੀ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਮਾਣੇ ਜੇ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਹੁਕਮ ਦੁਆਰਾ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਰਣ ਤੁਹਾਰੀ। ਅੱਜ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਟੋਡੀ ਰਾਗ ਦੇ ਵਿੱਚ ਇਹ ਪਾਵਨ ਹੁਕਮ ਬਖਸ਼ਿਆ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 713 ਉੱਪਰ ਸੁਭਾਏਮਾਨ ਹੈ। ਸਾਡੀ ਇੱਕ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਹੇ ਸਤਿਗੁਰੂ ਪਾਤਸ਼ਾਹ ਜੀ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਅਗਰ ਦੁਨੀਆ ਦੇ ਵਿੱਚ ਵੇਖਿਆ ਜਾਏ ਤੇ ਕੋਈ ਕਿਸੇ ਦੀ ਸ਼ਰਨ ਵਿੱਚ ਜਾਂਦਾ ਹੈ, ਕੋਈ ਕਿਸੇ ਦੀ ਸ਼ਰਨ ਵਿੱਚ, ਕੋਈ ਕਿਸੇ ਦਾ ਆਸਰਾ ਤੱਕਦਾ ਹੈ, ਕੋਈ ਕਿਸੇ ਦਾ। ਪਰ ਅਸੀਂ ਜਿਸ ਦੀ ਸ਼ਰਨ ਦੇ ਵਿੱਚ ਆਏ ਹਾਂ ਉਹ ਹੈ ਸਤਿਗੁਰ, ਸੱਚਾ ਗਿਆਨ ਦੇਣ ਵਾਲਾ, ਸਤ ਨਾਲ ਜੁੜਿਆ ਹੋਇਆ ਉਹ ਗੁਰੂ, ਜਿਨੇ ਸਾਡੇ ਮਨ ਦੇ ਭਰਮ ਨੂੰ ਮਿਟਾ ਦੇਣਾ ਹੈ। ਪਹਿਲੇ ਸਾਨੂੰ ਇਹ ਸਮਝ ਹੋਵੇ ਕਿ ਜਿਹਦੀ ਸ਼ਰਨ ਵਿੱਚ ਆਏ ਹਾਂ ਉਹ ਕਿੰਨੀ ਕੁ ਸਮਰੱਥਾ ਦਾ ਮਾਲਕ ਹੈ। ਅੰਮ੍ਰਿਤਮਈ ਬਾਣੀ ਦਾ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਸਾਹਿਬ ਜੀ ਕਹਿੰਦੇ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹਨੇ ਸਤ ਪੁਰਖ ਨੂੰ ਜਾਣਿਆ ਹੈ, ਜਿਹੜਾ ਸਤ ਪੁਰਖ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਹੈ,
ਉਹਦੀ ਸ਼ਰਨ ਦੇ ਵਿੱਚ ਆਵਾਂਗੇ ਤਾਂ ਅਸੀਂ ਸੰਸਾਰ ਤੋਂ ਨਿਰੰਕਾਰ ਤੱਕ ਜੁੜ ਸਕਦੇ ਹਾਂ। ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਮਤਲਬ ਕਿ ਮੈਂ ਸੁਣ ਕੇ ਆਇਆ ਕਿ ਐਸੇ ਸਤਿਗੁਰੂ ਦੇ ਦਰ ਤੇ ਆਉਣ ਦੇ ਨਾਲ ਸੁੱਖ ਵੀ ਮਿਲਦਾ ਹੈ ਔਰ ਦੁੱਖ ਵੀ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਮੈਂ ਐਸੇ ਸਤਿਗੁਰੂ ਦੇ ਦਰ ਤੇ ਆਇਆ ਜਿਹਦੀ ਸ਼ੋਭਾ ਸੁਣੀ ਹੈ ਕਿ ਜਿਹੜਾ ਸਾਨੂੰ ਵਿਛੜਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੰਦਾ ਹੈ, ਜੋੜ ਦਿੰਦਾ ਹੈ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦੜਾਈਂਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਅਸੀਂ ਉਸ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਬੇਨਤੀ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਮੇਰੀ ਐਸੇ ਗੁਰਦੇਵ ਸਤਿਗੁਰੂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਸੱਚੇ ਨਾਮ ਦੀ ਬਖਸ਼ਿਸ਼ ਦੇ ਕੇ ਸਾਨੂੰ ਇਸ ਭਵਜਲ ਵਿੱਚੋਂ ਦੀ ਸਦਾ ਲਈ ਕੱਢ ਕੇ ਮੁਕਤੀ ਦੀ ਦਾਤ ਸਾਡੇ ਜੀਵਨ ਦੇ ਅੰਦਰ ਬਖਸ਼ ਦਿੱਤੀ ਹੈ। ਕਿਉਂਕਿ ਅਸੀਂ ਕਈ ਜਨਮਾਂ ਤੋਂ ਇਸ ਬੰਧਨਾਂ ਦੇ ਵਿੱਚ ਫਸੇ ਹੋਏ, ਜਨਮ ਔਰ ਮਰਨ ਆਵਾਗਮਨ ਦੇ ਜੰਜਾਲ ਵਿੱਚ ਫਸੇ ਪਏ ਹਾਂ, ਜਿਹਦੇ ਵਿੱਚੋਂ ਸਾਨੂੰ ਮੁਕਤੀ ਨਹੀਂ ਮਿਲ ਪਾ ਰਹੀ। ਇਹੀ ਸਾਡੀ ਚਿੰਤਾ ਦਾ ਕਾਰਨ, ਇਹੀ ਸਾਡੇ ਦੁੱਖ ਦਾ ਕਾਰਨ ਹੈ। ਪਰ ਐਸੇ ਸਤਿਗੁਰੂ ਨੂੰ ਨਮਸਕਾਰ ਹੈ ਜੋ ਸਤਿਗੁਰੂ ਜੀ ਸਾਨੂੰ ਹੋਕਾ ਦੇ ਕੇ ਕਹਿੰਦੇ ਆ ਕਿ ਤੂੰ ਇੱਕ ਪਰਮੇਸ਼ਵਰ ਦੇ ਨਾਮ ਦੇ ਨਾਲ ਅਗਰ ਜੁੜੇਗਾ ਤਾਂ ਤੇਰਾ ਇਸ ਭਵਜਲ ਚੋਂ ਬੇੜਾ ਪਾਰ ਹੋਣਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਆਪਾਂ ਸਤਿਗੁਰ ਜਿਹੜਾ ਇਹ ਸ਼ਬਦ ਵਰਤਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਮਝਣ ਦਾ ਯਤਨ ਕਰਨਾ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਅਸੀਂ ਸ਼ਰਨ ਵਿੱਚ ਕਿਉਂ ਆਏ ਹਾਂ। ਕਿਉਂਕਿ ਸਤਿਗੁਰੂ ਮਹਾਰਾਜ ਜਦੋਂ ਤੁਸੀਂ ਭੁੱਲੇ ਹੋਏ ਭਟਕੇ ਹੋਏ ਨੂੰ, ਵਿਕਾਰੀ ਵਾਲੇ ਨੂੰ, ਹੰਕਾਰੀ ਵਾਲੇ ਨੂੰ ਸੱਚੇ ਨਾਮ ਦੇ ਨਾਲ ਜੋੜ ਕੇ ਉਹਦੇ ਅੰਦਰ ਦਾ ਵਿਕਾਰ ਕੱਢ ਦਿੱਤਾ, ਉਹਦੇ ਅੰਦਰ ਦਾ ਹੰਕਾਰ ਤੋੜ ਦਿੱਤਾ। ਜਦੋਂ ਤੁਸੀਂ ਸਤਿਗੁਰੂ ਜੀ ਸੱਜਣ ਨੂੰ ਅੰਦਰੋਂ ਸੱਜਣ ਬਣਾ ਦਿੱਤਾ ਤੇ ਜਿਨ੍ਹਾਂ ਨੇ ਭਾਈ ਸੱਜਣ ਦਾ ਜੀਵਨ ਵੇਖਿਆ ਉਹਨਾਂ ਆਖਿਆ ਇੱਧਰ ਉੱਧਰ ਭਟਕਣ ਦੀ ਬਜਾਏ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਜਿਨ੍ਹਾਂ ਨੇ ਭਾਈ ਕੌਡੇ ਦਾ ਪਹਿਲਾ ਜੀਵਨ ਵੇਖਿਆ ਸੀ, ਪਰਤ ਕੇ ਜਦੋਂ ਉਹਦਾ ਜੀਵਨ ਵੇਖਿਆ ਗੁਰੂ ਨਾਨਕ ਸਾਹਿਬ ਜੀ ਦੇ ਮਿਲਾਪ ਤੋਂ ਬਾਅਦ, ਤੇ ਜਿਨ੍ਹਾਂ ਨੇ ਵੇਖਿਆ ਉਹਨਾਂ ਆਖਿਆ ਐਵੇਂ ਇੱਧਰ ਉੱਧਰ ਭਟਕਦੇ ਆਂ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਸਾਡਾ ਵੀ ਉਧਾਰ ਹੋ ਜਾਏਗਾ ਜਿਵੇਂ ਸੱਜਣ ਦਾ ਹੋ ਗਿਆ। ਜਿਵੇਂ ਉਸ ਭਾਈ ਕੌਡੇ ਦਾ ਉਧਾਰ ਹੋ ਗਿਆ ਸਾਡਾ ਵੀ ਹੋ ਜਾਏਗਾ। ਔਰ ਦੂਸਰੀ ਗੱਲ ਕਿ ਇਹ ਉਹ ਸਤਿਗੁਰੂ ਦਾ ਦਰ ਹੈ ਜਿੱਥੇ ਆ ਕੇ ਸਾਡੇ ਕਾਰਜ ਰਾਸ ਹੋਣੇ ਆ। ਸਾਡਾ ਇੱਕ ਕਾਰਜ ਹੈ, ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ। ਆ ਜਨਮ ਲੇਖੇ ਲੱਗ ਜਾਏ, ਇਸ ਤੋਂ ਵੱਡਾ ਕਾਰਜ ਹੋਰ ਕੋਈ ਨਹੀਂ। ਤੇ ਇਹ ਕਾਰਜ ਵੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣ ਤੋਂ ਬਿਨਾਂ ਪੂਰਾ ਕੋਈ ਨਹੀਂ ਜੇ ਹੋਣਾ। ਅਸੀਂ ਜਿੰਨੇ ਮਰਜ਼ੀ ਅਧੂਰੀਆਂ ਮਗਰ ਭਟਕ ਲਈਏ, ਪਰ ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਆਉਂਦੇ, ਜਿੱਥੇ ਸੱਚਾ ਗਿਆਨ ਸਾਨੂੰ ਪ੍ਰਾਪਤ ਹੋਣਾ ਹੈ, ਉਨਾ ਚਿਰ ਸਾਡਾ ਕਾਰਜ ਰਾਸ ਨਹੀਂ ਹੋਣਾ। ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ, ਰਾਸੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਜਿਨੇ ਪੂਰੇ ਗੁਰੂ ਦਾ ਮਿਲਾਪ ਆਪਣੇ ਜੀਵਨ ਅੰਦਰ ਹਾਸਲ ਕਰ ਲਿਆ, ਉਹਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਆ। ਅੱਜ ਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਇੱਕ ਅਰਜ਼ੋਈ, ਇੱਕ ਬੇਨਤੀ ਲੈ ਕੇ ਅਸੀਂ ਇਸ ਦਰ ਤੇ ਆਏ ਹਾਂ। ਸਤਿਗੁਰ ਆਇਓ ਸ਼ਰਨ ਤੁਹਾਰੀ,
हे सतगुरु जी मैं तुहाडी शरण दे विच आया हाँ। ते सुभाविक है जदों आपां किसे कोल जांदे हां ते ओह अग्गों पुछदा भी तूं क्यों आया है, तेरे आउण दा कारण, तेरे आउण दी वजह की है। ते सतगुरु ने पुछया भी तेरे आउण दा कारण। असीं फिर जवाब दिता मिलै सुख नाम हर सोभा, चिंता लाहे हमारी। मेरे आउण दा कारण यह है कि मैनू हे सतगुरु जीओ ये नाम दी बख्शिश मिल जाए, क्योंकि पता लगा कि सतगुरु नाम दा दाता है। सतगुरु ने नाम दियां दातां बख्शनियां ने, इसलिए मैनू वो नाम मिल जाए जिहदे नाल मैनू सुख मिल जाए मानसिक तल ते। जे असीं मायावी तल ते शरीरक तल ते वेखीए तां सुख बड़े असीं भोगे ने, पर मानसिक तल ते सुख नाम तो बिना नहीं जे मिलना। जे असीं अपनी शोभा चाहुंदे हां, जे असीं अपनी मान वडियाई नूं चाहुंदे हां, तो फिर ये आके महाराज कहते अरदास कर कि परमेश्वर वाहिगुरु जी तुसी नाम दी दात दिओ जिहदे नाल मेरे जीवन अंदर सुख वरत जाए, मैनू मानसिक तल आत्मक तल उते सुख दी प्राप्ति हो जाए ते मेरी चिंता सदा वास्ते लह जाए। हुण चिंता मन दे विच है, तन ते नहीं। चिंता जिहड़ा रोग है ये मन नूं लगा होया है, तन नूं नहीं लगा होया। जे तन करके असी चिंतित होंदे तां कई प्रकार दीयां जुगतियां अपना के, कई तरीके अपना के चिंतावां दूर कर लैंदे, पर यह चिंता है साडे मन दी। इसलिए मन दी चिंता नूं जे कोई दूर कर सकदा है ते सतगुरु तुसीं आ चिंता नूं दूर करके नाम दी बख्शिश दे दिओ, ताकि मैं भी शोभा वाला बन के अपने मालिक दे घर दे विच थां बना सकां। जिथे ये पावन हुक्म दी पहली पंक्ति है उथे रहाओ दा मतलब है कि रुक के इनू समझ के चलना, कि रहाओ दा मतलब है रुकना, रुकण दा मतलब है समझना कि असीं सतगुरु दी शरण दे विच नाम दियां बख्शिशां लैण आए हां। रहाऊ अवर न सूझै दूजी ठाहर, हार परियो तो द्वारी। पर जदों असीं सतगुरु दी शरण दे विच आउणा है ते ये भी नाल गल कबूल करनी है कि अवर न सुझै दूजी ठाहर। हे मेरे मालिक सतगुरु जी तुहाडे तो बिना होर कोई दूजा दर नहीं सुझदा, कोई ऐसा दूजा दर है ही कोई नहीं जिथे जाके मैं आ बेनती कर सकां कि मिलै सुख नाम हर शोभा, चिंता लाहे हमारी। ये तुहाडे दर तो बिना कोई होर दूजा दर सुझदा ही कोई नहीं पिया। और दूजी गल मैं हार के थक के तुहाडे दर आया। हार के दा मतलब हुंदा इहदा मतलब पहला होर भी किसे दी शरण च गया सी, पहला किसे होर दा भी आसरा तकिया, पर जदों देखिया भी इत्थे सुख नहीं मिलना, इत्थे सच्चा नाम नहीं मिलना, जिहड़ा सतगुरु जी कहंदे जप मन सत नाम सदा, सत नाम ओ नाम नहीं मिलना जिन्हों महाराज कहंदे जपो तां एको नामा अवर निराफल कामा। एक ओ सच्चा नाम परमेश्वर दा, ओ सतगुरु दे दर तो बिना किसे होर दे दर तो मिलना ही कोई नहीं है, क्योंकि नाम दी बख्शिश सतगुरु दे दर ते है। इसलिए कोई दूजी होर था नहीं सुझदी जिथे जाके मैं ये पुकार ये बेनती कर सकां। मैं हार के तुहाडे दर ते आया, तुसी मेरे ते मेहर करो। तुमरी शरण तुम्हारी आसा, तुम ही सज्जन सुहेले, तुम ही सज्जन सुहेले। जदों आपां कवांगे ना, इहदा मतलब तुहाडे तो बिना हुण किसे होर ते भरोसा नहीं, तुहाडे तो बिना हुण किसे होर ते आस नहीं। तुम ही सज्जन सुहेले, राखो राखण हार दयाला, नानक घर के गोले। मैनू अपने घर विच रख के, दर ते रख के, अपने दर दा सेवक बना के ये नाम दी बख्शिश दे दिओ, क्योंकि सगल द्वार को छाड़ के गयो तुहारो द्वार।
ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। हे ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾ ਕੋਈ ਹੋਰ ਦੂਜਾ ਦਰ ਨਹੀਂ ਜਿਹੜਾ ਮੇਰੇ ਭਟਕਦੇ ਹੋਏ ਦੀ ਬਾਹ ਪਕੜ ਕੇ ਮੈਨੂੰ ਨਾਮ ਦੀ ਬਖਸ਼ਿਸ਼ ਦੇ ਕੇ ਨਿਵਾਜ ਦੇਵੇ। ਸੱਚ ਜਾਣਿਓ, ਇੱਥੇ ਤਾਂ ਨਾਮ ਦੀ ਬਖਸ਼ਿਸ਼ ਲਈ ਕਹਿੰਦੇ ਆ ਨਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਇੱਥੇ ਤਾਂ ਚਿੰਤਾ ਅੰਦਰ ਦੀ ਲਾਉਣ ਵਾਸਤੇ ਕਹਿੰਦੇ ਆ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਤੇ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਵੱਲ ਦੇਖੀਏ ਤਾਂ ਗੁਰੂ ਸਾਹਿਬ ਜੀ ਤੁਹਾਡੇ ਦਰ ਉੱਤੇ 20 ਕਸ਼ਮੀਰੀ ਪੰਡਤ ਭਾਈ ਕਿਰਪਾ ਰਾਮ ਦੀ ਅਗਵਾਈ ਵਿੱਚ ਚੱਲ ਕੇ ਆਏ ਤੇ ਉਹਨਾਂ ਨੇ ਵੀ ਇਹੀ ਅਰਦਾਸ ਕੀਤੀ ਸੀ ਕਿ ਅਵਰ ਨਾ ਸੂਝੈ ਦੂਜੀ ਠਾਰ, ਤੇਰੇ ਤੋਂ ਬਿਨਾ ਕੋਈ ਹੋਰ ਦੂਜਾ ਦਰ ਦਿਸਦਾ ਹੀ ਨਹੀਂ ਪਿਆ। ਅਸੀਂ ਬੜੇ ਦਰ ਦਰ ਤੇ ਜਾ ਕੇ ਠੋਕਰਾਂ ਖਾ ਕੇ ਆ ਗਏ, ਪਰ ਸਾਡੀ ਕਿਸੇ ਨੇ ਵੀ ਬਾਂਹ ਪਕੜ ਕੇ ਲਾਜ ਨਹੀਂ ਰੱਖੀ। ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਦਰ ਤੇ ਆਏ ਆ, ਇੱਕ ਕਿਰਪਾ ਕਰ ਦਿਓ ਸਾਡੀ ਬਾਂਹ ਪਕੜ ਕੇ। ਜਿਹੜੀ ਅੰਦਰ ਚਿੰਤਾ ਲੱਗੀ ਹੋਈ ਹੈ ਕਿ ਧਰਮ ਦਾ ਅਸਥਾਨ ਮਿਟ ਨਾ ਜਾਏ, ਧਰਮ ਦੇ ਚਿੰਨ੍ਹ ਕਿਤੇ ਮਿਟ ਨਾ ਜਾਣ, ਇੱਕ ਕਿਰਪਾ ਕਰ ਦਿਓ ਸਾਡੇ ਤਿਲਕ ਤੇ ਜੰਜੂ ਦਾ ਰਖਵਾਲਾ ਬਣ ਜਾਓ। ਤੇ ਜਦੋਂ ਸਤਿਗੁਰੂ ਨੇ ਵੇਖਿਆ ਕਿੰਨੇ ਆਸ ਭਰੋਸੇ ਦੇ ਨਾਲ ਆਏ ਨੇ, ਤੇ ਫਿਰ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹਾਂ ਨਾ ਛੋਡੀਐ। ਇਹ ਸਤਿਗੁਰੂ ਹੈ ਜਿਹੜਾ ਸ਼ਰਨ ਦੇ ਵਿੱਚ ਆਇਆਂ ਨੂੰ ਗਲ ਲਾ ਕੇ ਕਹਿੰਦੇ ਆ, ਚਿੰਤਾ ਨਾ ਕਰ, ਜਿਹਦੇ ਦਰ ਤੇ ਆਇਆ ਹੁਣ ਉਹਦੀ ਚਿੰਤਾ ਹੈ, ਤੂੰ ਚਿੰਤਾ ਛੱਡ ਅਚਿੰਤ ਰਹੋ, ਤੂੰ ਚਿੰਤਾ ਛੱਡ ਕੇ ਅਚਿੰਤ ਹੋ ਜਾ। ਹੁਣ ਤੇਰੇ ਉੱਤੇ ਜਿਹੜਾ ਇਹ ਜ਼ੁਲਮ ਢਾਉਣ ਵਾਲਾ ਜ਼ਾਲਮ ਹੈ ਨਾ, ਉਹ ਤੇਰੇ ਇਸ ਧਰਮ ਦੇ ਚਿੰਨ੍ਹ ਨੂੰ ਕਦੇ ਮਿਟਾ ਹੀ ਨਹੀਂ ਸਕਦਾ। ਸੱਚ ਜਾਣਿਓ, ਜਿਸ ਥਾਂ ਤੇ ਆਪਾਂ ਜੁੜ ਬੈਠੇ ਹਾਂ, ਇਸ ਥਾਂ ਤੇ ਵੀ ਆਪਾਂ ਭਾਵਨਾ ਨਾਲ ਕਹਿੰਦੇ ਆ, ਡਿਠੈ ਸਭੇ ਥਾਵ ਨਹੀਂ ਤੁਧ ਜਹਿਆ। ਹੈ ਦਾਤਾ ਜੀ, ਦੁਨੀਆ 'ਚ ਥਾਂ ਬੜੇ ਵੇਖੇ ਨੇ, ਬੜੇ ਥਾਂ ਵੇਖੇ ਨੇ ਦੁਨੀਆ ਵਿੱਚ ਘੁੰਮ ਫਿਰ ਕੇ, ਪਰ ਆਹ ਜਿਹੜਾ ਅਸਥਾਨ ਹੈ, ਇਸ ਅਸਥਾਨ ਵਰਗਾ ਹੋਰ ਅਸਥਾਨ ਕਿਤੇ ਨਜ਼ਰ ਹੀ ਨਹੀਂ ਆਉਂਦਾ ਜਿੱਥੇ ਇੰਨੀਆਂ ਰਹਿਮਤਾਂ ਤੇ ਇੰਨੀਆਂ ਬਖਸ਼ਿਸ਼ਾਂ ਵਰਤਦੀਆਂ ਨੇ। ਇਸ ਲਈ ਸਤਿਗੁਰੂ ਜੀ ਤੁਹਾਡੇ ਦਰ ਤੇ ਆਏ ਹਾਂ, ਹੋਰ ਕੋਈ ਦਰ ਦੂਜਾ ਸੁੱਝਦਾ ਨਹੀਂ ਪਿਆ। ਹਾਰ ਕੇ ਥੱਕ ਕੇ ਤੁਹਾਡੇ ਦਰ ਆਏ, ਬੜੇ ਤਰ੍ਹਾਂ ਦੇ ਕਰਮ ਕਰਕੇ ਆਏ ਆ। ਇਹ ਨਹੀਂ ਕਿ ਐਵੇਂ ਜਿਵੇਂ ਕਿਸੇ ਨੇ ਕਿਹਾ, ਕਿਸੇ ਨੇ ਆਖਿਆ ਧਾਗਾ ਗਲ 'ਚ ਪਾ ਲੈ, ਪਾ ਲਿਆ, ਕਿਸੇ ਨੇ ਆਖਿਆ ਤਵੀਤ ਪਾ ਲੈ, ਪਾ ਲਿਆ, ਕਿਸੇ ਨੇ ਆਖਿਆ ਫਲਾਣੀ ਥਾਂ ਤੇ ਚਲਾ ਗਿਆ ਚਾਹ, ਜਿਵੇਂ ਕਿਸੇ ਆਖਿਆ ਕੀਤਾ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਦੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਦੇ ਪਿਆਰੇ, ਇਨ ਬਿਦ ਮਿਲਨ ਨਾ ਜਾਈ। ਇਹ ਮੇਰੇ ਮਾਲਕ ਜੀ, ਇਹਨਾਂ ਤਰੀਕਿਆਂ ਨਾਲ ਮੇਲ ਨਹੀਂ ਹੋ ਸਕਿਆ, ਆ ਜਨਮ ਲੇਖੇ ਲਾਉਣ ਵਾਲੀ ਗੱਲ ਨਜ਼ਰ ਨਹੀਂ ਆਈ। ਇਸ ਲਈ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਬਵੇਕਾ, ਮੈਨੂੰ ਬਵੇਕ ਬੁੱਧੀ ਦੇ ਕੇ ਆਪਣੇ ਨਾਲ ਜੋੜ ਲਓ। ਹਾਰ ਪਰਿਓ ਸੁਆਮੀ ਕੇ ਦੁਆਰੇ, ਮੈਂ ਹਾਰ ਕੇ ਤੁਹਾਡੇ ਦਰ ਉੱਤੇ ਆਇਆ ਹਾਂ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੀ ਰਹਿਮਤ ਵਰਤਾਉਂਦੇ ਆ ਕਿ ਤੁਹਾਡੇ ਦਰ ਤੇ ਆਇਆ, ਹੋਰ ਕੋਈ ਦਰ ਸੁੱਝਦਾ ਨਹੀਂ, ਮੇਰੇ ਤੇ ਮਿਹਰ ਕਿਰਪਾ ਕਰ ਦੇਵੋ ਜੀ। ਲੇਖਾ ਛੋੜ ਅਲੇਖਾ ਛੂਟਹਿ, ਹਮ ਨਿਰਗੁਣ ਲੇਹੁ ਉਬਾਰੀ। ਸਤਿਗੁਰੂ ਤੁਹਾਡੇ ਦਰ ਤੇ ਆਇਆ, ਤੁਹਾਡੀ ਸ਼ਰਨ ਵਿੱਚ ਆਇਆ, ਨਾਮ ਦੀ ਬਖਸ਼ਿਸ਼ ਲੈਣ ਵਾਸਤੇ ਆਇਆ, ਚਿੰਤਾ ਨੂੰ ਮਿਟਾਉਣ ਵਾਸਤੇ ਆਇਆ। ਪਰ ਜੇ ਤੁਸੀਂ ਕਹੋ ਵੀ ਮੇਰੇ ਕੋਲ ਕੋਈ ਗੁਣ ਹੈ ਜਿਹਦੇ ਸਦਕੇ ਤੁਸੀਂ ਮੇਰੇ ਤੇ ਕਿਰਪਾ ਕਰੋ, ਪਰ ਮੇਰੇ ਪੱਲੇ ਕੋਈ ਗੁਣ ਨਹੀਂ ਹੈ। ਮੈਂ ਅਵਗੁਣਾਂ ਨਾਲ ਭਰਿਆ ਹੋਇਆ ਤੁਹਾਡੇ ਦਰ ਤੇ ਆਇਆ, ਪਰ ਜੇ ਤੁਸੀਂ ਮੇਰਾ ਲੇਖਾ ਕਰਕੇ ਮੇਰੇ ਤੇ ਕਿਰਪਾ ਕਰੋਗੇ, ਫਿਰ ਮੇਰੀ ਝੋਲੀ ਸਦਾ ਖਾਲੀ ਰਹਿ ਜਾਏਗੀ। ਕਿਉਂਕਿ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਹੈ ਵਾਹਿਗੁਰੂ ਜੀ, ਆ ਮੇਰਾ ਜੀਵਨ ਹੈ।
ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨ ਬੰਕੇ ਨੈਣਾ, ਨਾ ਕੁਲ ਢੰਗ ਨ ਮੀਠੇ ਬੈਣਾ। ਜੇ ਤੁਸੀਂ ਮੇਰਾ ਲੇਖਾ ਕਰੋਗੇ ਤੇ ਮੇਰੇ ਪੱਲੇ ਅਵਗੁਣਾਂ ਤੋਂ ਸਿਵਾ ਹੈ ਹੀ ਕੁਛ ਨਹੀਂ। ਤੇ ਜੇ ਅਵਗੁਣ ਮੇਰੇ ਪੱਲੇ ਨੇ ਤੇ ਫਿਰ ਆਹ ਬਖਸ਼ਿਸ਼ ਮੈਨੂੰ ਕਿਵੇਂ ਮਿਲੇਗੀ? ਇਸ ਲਈ ਸਤਿਗੁਰੂ ਜੀ ਇੱਕ ਕਿਰਪਾ ਕਰ ਦੇਣਾ, ਮੇਰਾ ਲੇਖਾ ਜਿਹੜਾ ਇਹ ਛੱਡ ਕੇ ਮੇਰੇ ਤੇ ਕਿਰਪਾ ਕਰਨੀ। ਜਿਹੜਾ ਮੇਰਾ ਲੇਖਾ ਜੋਖਾ ਹੈ ਨਾ ਮੇਰੇ ਕਰਮ ਦਾ, ਜੋ ਮੈਂ ਕਰਮ ਹੁਣ ਤੱਕ ਜੀਵਨ ਅੰਦਰ ਕੀਤੇ ਆ, ਮਾੜੇ ਚੰਗੇ ਜੋ ਕੀਤੇ ਨੇ, ਹੇ ਵਾਹਿਗੁਰੂ ਮੇਰੀ ਇੱਕ ਬੇਨਤੀ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਹੈ। ਇੱਕ ਬੇਨਤੀ ਸਮਝ ਕੇ ਚੱਲਣਾ ਕਿ ਜਦੋਂ ਵੀ ਅਸੀਂ ਸਤਿਗੁਰੂ ਜੀ ਦੇ ਦਰ ਤੇ ਬੇਨਤੀ ਕਰਨੀ ਆ, ਉਹ ਨਿਮਰਤਾ ਨਾਲ ਕਰਨੀ ਹੈ, ਉਹ ਅਸੀਂ ਪਿਆਰ ਭਾਵਨਾ ਨਾਲ ਭਿੱਜ ਕੇ ਕਰਨੀ ਆ, ਤਾਂ ਸਾਡੀ ਅਰਦਾਸ ਸੁਣੀ ਜਾਣੀ ਹੈ। ਜੇ ਆਕੜ ਕੇ ਹੰਕਾਰ ਕੇ ਬੇਨਤੀ ਕਰਾਂਗੇ ਫਿਰ ਨਹੀਂ ਜੇ ਸੁਣੀ ਜਾਣੀ। ਇਸ ਲਈ ਇਹ ਨਿਮਰਤਾ ਤੇ ਪਿਆਰ ਦੀ ਨਿਸ਼ਾਨੀ ਹੈ ਕਿ ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਹੋ ਉਬਾਰੀ। ਮੇਰਾ ਲੇਖਾ ਛੱਡ ਕੇ ਇਹ ਵਾਹਿਗੁਰੂ ਜੀ ਮੇਰੇ ਤੇ ਮਿਹਰ ਕਰਨਾ, ਕਿਉਂਕਿ ਮੈਂ ਨਿਰਗੁਣ, ਗੁਣਾਂ ਤੋਂ ਖਾਲੀ ਹਾਂ। ਮੇਰੇ ਕੋਲ ਇੰਨਾ ਵੀ ਗੁਣ ਨਹੀਂ ਹੈ, ਪਰ ਹਾਂ ਜੇ ਤੁਹਾਡੇ ਦਰ ਤੇ ਵੀ ਆ ਗਿਆ ਨਾ, ਇਹ ਵੀ ਉਸ ਮਾਲਕ ਦਾ ਇੱਕ ਤਰਸ ਸਮਝਦਾ। ਜੇ ਆਪਾਂ ਦੇਖੋ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ, ਆਏ ਤੇ ਆਪਾਂ ਵੀ ਇਹੀ ਕਹਿਣਾ ਸਤਿਗੁਰ ਆਇਓ ਸ਼ਰਨ ਤੁਹਾਰੀ। ਪਰ ਇੱਕ ਗੱਲ ਨੋਟ ਕਰਿਓ ਕਿ ਸਤਿਗੁਰੂ ਦੀ ਸ਼ਰਨ ਵਿੱਚ ਆਏ ਆ, ਇਹ ਵੀ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ। ਜੇ ਸਤਿਗੁਰੂ ਜੀ ਨੇ ਆਪਣੇ ਚਰਨਾਂ ਵਿੱਚ ਬਿਠਾ ਲਿਆ, ਇਹ ਵੀ ਉਹਦਾ ਇੱਕ ਤਰਸ ਹੈ। ਅਸੀਂ ਆਪਣੇ ਗੁਣਾਂ ਕਰਕੇ ਨਹੀਂ ਆਏ, ਧਿਆਨ ਰੱਖਣਾ। ਜੇ ਬੰਦਾ ਕਵੇ ਵੀ ਮੇਰੇ ਵਿੱਚ ਆ ਚੰਗਾ ਗੁਣ ਸੀ ਤਾਂ ਮੈਂ ਆਇਆ, ਨਹੀਂ, ਨਾ ਚੰਗੇ ਗੁਣ ਦੇ ਨਾਲ ਸੰਗਤ ਕੀਤੀ ਜਾਣੀ ਹੈ, ਨਾ ਆਪਣੇ ਚੰਗੇ ਗੁਣ ਦੇ ਸਦਕੇ ਆ ਕਥਾ ਕੀਰਤਨ ਨਾਲ ਜੁੜਿਆ ਜਾਣਾ। ਇੱਥੇ ਇੱਕ ਅਰਦਾਸ ਹੋਰ ਕਰੀਏ ਸ਼ੁਕਰਾਨੇ ਦੀ ਕਿ ਮਾਲਕ ਜੀ ਇਹ ਤੁਹਾਡਾ ਤਰਸ ਹੈ ਜੋ ਸਾਨੂੰ ਆ ਸੰਗਤ ਵਿੱਚ ਬੈਠਣਾ ਨਸੀਬ ਹੋ ਗਿਆ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ, ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ ਤਰਸ ਪਿਆ ਮਹਿ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਇਹ ਤਰਸ ਹੈ ਨਾ, ਸਤਿਗੁਰ ਸੱਜਣ ਮਿਲਿਆ। ਅੱਗੋਂ ਸਤਿਗੁਰੂ ਜੀ ਨੂੰ ਆਪਾਂ ਬੇਨਤੀ ਕਰਕੇ ਕਹਿਣਾ ਮਿਲੇ ਸੂਖ ਨਾਮ ਹਰ ਸ਼ੋਭਾ। ਇਸ ਲਈ ਜਦੋਂ ਤੁਸੀਂ ਮੇਰੇ ਤੇ ਕਿਰਪਾ ਕਰਿਓ, ਮੇਰਾ ਗੁਣ ਅਵਗਣ ਨਾ ਵੇਖਿਓ, ਮੇਰੇ ਕੀਤੇ ਹੋਏ ਕਰਮ ਦਾ ਲੇਖ ਇੱਕ ਪਾਸੇ ਰੱਖ ਕੇ ਮੇਰੇ ਤੇ ਕਿਰਪਾ ਕਰੋਗੇ, ਤਾਂ ਮੇਰਾ ਜਿਹੜਾ ਹੈ ਇਸ ਜੰਜਾਲ ਤੋਂ ਛੁਟਕਾਰਾ ਹੋਵੇਗਾ। ਇਸ ਲਈ ਇਸ ਨਿਰਗੁਣ ਨੂੰ ਤੁਸੀਂ ਸਤਿਗੁਰੂ ਜੀ ਇਸ ਭਵਜਲ ਵਿੱਚੋਂ ਬਚਾ ਸਕਦੇ ਹੋ। ਆਪਣੀ ਮਿਹਰ ਕਿਰਪਾ ਕਰੋ ਜੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਹੁਣ ਇਹ ਗੱਲ ਕਿਉਂ ਕਹੀ ਆਪਾਂ, ਕਿਉਂ ਕਹਿਣੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਹਮ ਨਿਰਗੁਣ ਲਿਹੋ ਉਬਾਰੀ। ਮੇਰੇ ਵਰਗੇ ਨਿਰਗੁਣ ਨੂੰ ਬਚਾ ਲਓ ਇਸ ਭਵਜਲ ਵਿੱਚੋਂ ਡੁੱਬਣ ਤੋਂ। ਕਿਉਂਕਿ ਸਤਿਗੁਰੂ ਜੀ ਮੈਂ ਇਹ ਵੀ ਸੁਣਿਆ ਤੁਹਾਡੇ ਦਰ ਤੇ ਆਉਣ ਲੱਗਿਆਂ ਕਿ ਤੁਸੀਂ ਸਦਾ ਬਖਸ਼ਿੰਦ ਹੋ, ਸਦਾ ਬਖਸ਼ਿਸ਼ਾਂ ਕਰਨ ਵਾਲੇ, ਹਰ ਇੱਕ ਨੂੰ ਬਖਸ਼ ਦਿੰਦੇ ਹੋ ਜਿਹੜਾ ਤੁਹਾਡੇ ਦਰ ਤੇ ਆਉਂਦਾ ਹੈ। ਤੁਸੀਂ ਉਹਦਾ ਗੁਣ ਅਵਗਣ ਨਹੀਂ ਤੱਕਦੇ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਉਣ ਵਾਲਾ ਹੈ। ਉਹ ਸਭਨਾਂ ਦਾ ਭਲਾ ਕਰਦਾ ਹੈ, ਕਿਸੇ ਦਾ ਬੁਰਾ ਨਹੀਂ। ਸਤਿਗੁਰੂ ਜੀ ਤੁਸੀਂ ਸਦਾ ਬਖਸ਼ਿੰਦ ਹੋ, ਬਖਸ਼ ਦੇਣ ਵਾਲੇ ਹੋ, ਸਦਾ ਮਿਹਰਵਾਨ, ਹਰ ਵੇਲੇ ਮਿਹਰ ਕਰਨ ਵਾਲੇ ਹੋ ਤੁਸੀਂ, ਔਰ ਸਭਨਾਂ ਨੂੰ ਆਸਰਾ ਦੇਣ ਵਾਲੇ। ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇ, ਇਹੀ ਕਾਰਨ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਰਚਨਾ ਜਦੋਂ ਕੀਤੀ ਹੈ ਤੇ 4 ਦਰਵਾਜ਼ੇ ਰੱਖ ਕੇ ਇੱਕ ਰਸਤਾ ਬਣਾਇਆ। ਉਹਦਾ ਮਤਲਬ ਇਹ ਸੀ ਕਿ ਜਿਹਨੇ ਆਉਣਾ ਇੱਕ ਰਾਹ ਤੋਂ ਆਇਓ, ਇੱਥੇ ਵੰਡੀਆਂ ਪਾ ਕੇ ਨਹੀਂ ਆਉਣਾ, ਇੱਥੇ ਸਭਨਾਂ ਨੇ ਇੱਕ ਹੋਣ ਵਾਸਤੇ ਆਉਣਾ ਹੈ।
ਚਾਰ ਦਰਵਾਜ਼ਿਆਂ ਦਾ ਮਤਲਬ ਸੀ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼, ਚੌਂ ਵਰਨਾਂ ਕੋ ਸਾਂਝਾ। ਇਹਦਾ ਮਤਲਬ ਜਿਹੜਾ ਤੁਹਾਡੇ ਦਰ ਤੇ ਆਉਂਦਾ ਹੈ, ਤੁਸੀਂ ਉਹਦੀ ਜਾਤ ਪਾਤ, ਉਹਦਾ ਮੁਲਕ, ਉਹਦਾ ਸ਼ਹਿਰ, ਉਹਦਾ ਨਾਮ, ਉਹਦਾ ਧਰਮ, ਵਰਨ ਨਹੀਂ ਵੇਖਦੇ। ਬਸ ਜਿਹੜਾ ਤੁਹਾਡੇ ਦਰ ਤੇ ਆਉਂਦਾ ਹੈ ਤੁਸੀਂ ਉਹਨੂੰ ਆਸਰਾ ਦੇ ਦਿੰਦੇ ਹੋ, ਉਹਨੂੰ ਗਲ ਨਾਲ ਲਾ ਲੈਂਦੇ ਹੋ। ਸਦਾ ਬਖਸ਼ਿੰਦ ਹੋ, ਸਦਾ ਹਰ ਇੱਕ ਨੂੰ ਬਖਸ਼ ਦੇਣ ਵਾਲੇ, ਮਿਹਰ ਦੇ ਘਰ ਵਿੱਚ ਰਹਿਣ ਵਾਲੇ, ਸਭਨਾਂ ਨੂੰ ਆਸਰਾ ਦੇਣ ਵਾਲੇ ਹੋ। ਨਾਨਕ ਦਾਸ ਸੰਤ ਪਾਸ਼ੈ ਪਰਿਓ, ਰਾਖ ਲੇਹੁ ਇਹ ਬਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਕਿ ਸਤਿਗੁਰੂ ਦਾ ਆਸਰਾ ਤੱਕ ਕੇ ਮਾਲਕ ਜੀ ਤੁਹਾਡੇ ਦਰ ਤੇ ਅਰਦਾਸ ਹੈ। ਇਹ ਜਿਹੜੇ ਗੁਰਮੁਖ ਨਾਮ ਦੇ ਰਸੀਏ ਨੇ, ਇਹਨਾਂ ਗੁਰਮੁਖ ਨਾਮ ਦੇ ਰਸੀਆਂ ਦੇ ਸਦਕੇ ਹੀ ਮੇਰੇ ਵਰਗੇ ਨੂੰ ਆਪਣੇ ਦਰ ਤੇ ਆਏ ਨੂੰ ਤੁਸੀਂ ਇਸ ਭਵਜਲ ਵਿੱਚੋਂ ਦੀ ਕੱਢਣ ਵਾਸਤੇ, ਇਸ ਜੰਮਣ ਮਰਨ ਦੇ ਦੁੱਖ ਵਿੱਚੋਂ ਦੀ ਕੱਢਣ ਵਾਸਤੇ, ਇਸ ਆਵਾਗਮਨ ਵਿੱਚੋਂ ਦੀ ਆਵਾਗਮਨ ਮੁਕਾਉਣ ਵਾਸਤੇ, ਔਰ ਆ ਜਿਹੜੀ ਵਾਰੀ ਮਿਲੀ ਹੈ ਨਾ ਮਨੁੱਖਾ ਜਨਮ ਦੀ, ਇਸ ਮਨੁੱਖਾ ਜਨਮ ਦੀ ਵਾਰੀ ਨੂੰ ਇਸ ਜਨਮ ਵਿੱਚ ਪਰਮੇਸ਼ਵਰ ਦਾ ਮਿਲਾਪ ਜਿਹੜਾ ਕਰਾਉਣ ਵਾਸਤੇ ਮੇਰੇ ਤੇ ਕਿਰਪਾ ਕਰ ਦਿਓ। ਮੈਂ ਸਤਿਗੁਰੂ ਜੀ ਦੇ ਆਸਰੇ ਤੇ ਆ ਨਾਮ ਦੇ ਰਸੀਆਂ ਦੇ ਆਸਰੇ ਬੇਨਤੀ ਕਰਦਾ ਹਾਂ ਕਿ ਮੇਰੇ ਤੇ ਇੱਕ ਮਿਹਰ ਬਖਸ਼ਿਸ਼ ਕਰ ਦਿਓ ਕਿ ਦਰ ਤੇ ਆਏ ਨੂੰ ਆ ਮਨੁੱਖਾ ਜਨਮ ਕਿਤੇ ਸਫਲ ਹੋ ਜਾਏ। ਆਪਣੇ ਨਾਮ ਦੀ ਬਖਸ਼ਿਸ਼ ਦੇ ਦਿਓ, ਆਪਣੇ ਨਾਮ ਦੀਆਂ ਦਾਤਾਂ ਦੇ ਦਿਓ। ਇਹ ਸਤਿਗੁਰੂ ਜੀ ਦੇ ਦਰ ਤੇ ਆ ਕੇ ਆਪਾਂ ਨਾਮ ਦੀ ਦਾਤ ਲੈਣੀ ਆ, ਕਿਉਂਕਿ ਮਨੁੱਖਾ ਜਨਮ ਇੱਕ ਸਾਨੂੰ ਵਾਰੀ ਮਿਲੀ ਹੈ। ਵਾਰੀ ਦਾ ਅਰਥ ਹੁੰਦਾ ਮੌਕਾ ਮਿਲਣਾ, ਹੋਰ ਕਿਸੇ ਜਨਮ ਵਿੱਚ ਆ ਮੌਕਾ ਨਹੀਂ ਜੇ ਮਿਲਣਾ। ਜਨਮ ਬਹੁਤ ਨੇ ਪਰ ਵੱਖ-ਵੱਖ ਜਨਮ, ਵੱਖ-ਵੱਖ ਜੂਨਾਂ ਵਿੱਚ ਆ ਮੌਕਾ ਨਹੀਂ ਮਿਲਣਾ। ਸਭ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੂੰ ਸੰਗਤ ਵਿੱਚ ਆ ਕੇ ਕੇਵਲ ਨਾਮ ਦੇ ਨਾਲ ਜੁੜ ਜਾ, ਕਿਉਂਕਿ ਇਹਦੇ ਨਾਲ ਹੀ ਆ ਤੇਰੀ ਜਿਹੜੀ ਵਾਰੀ ਤੈਨੂੰ ਮਿਲੀ ਆ ਨਾ, ਇਸ ਵਾਰੀ ਵਿੱਚ ਤੂੰ ਆਪਣਾ ਮਨੁੱਖਾ ਜਨਮ ਸਫਲਾ ਕਰ ਸਕਦਾ ਹੈ। ਤੋ ਅੱਜ ਜਿਹੜਾ ਹੁਕਮ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਟੋਡੀ ਰਾਗ ਦੇ ਵਿੱਚ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਵਿੱਤਰ ਅਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਬਖਸ਼ਿਆ, ਉਹਦੇ ਵਿੱਚ ਸਾਡੀ ਇਹੋ ਹੀ ਅਰਦਾਸ ਕਿ ਤੁਹਾਡੀ ਸ਼ਰਨ ਵਿੱਚ ਆਏ ਆ, ਸਾਨੂੰ ਰੱਖ ਲਓ। ਲੜੀਵਾਰ ਸ਼ਬਦ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਕੁਝ ਕੁ ਮਿੰਟ ਆਪ ਜੀ ਨਾਲ ਅੱਜ ਦੇ ਇਸ ਦਿਨ, ਅੱਜ ਦੇ ਇਸ ਸਮੇਂ ਦੀ ਵਿਚਾਰ ਨਾਲ ਸਾਂਝ ਪਾਉਂਦਾ ਚੱਲਾਂ। ਇਹ ਉਹ ਸਤਿਗੁਰੂ ਦਾ ਦਰ ਹੈ ਜਿੱਥੇ ਹਰ ਇੱਕ ਨੂੰ ਆਇਆਂ ਨੂੰ ਸ਼ਰਨ ਮਿਲਦੀ ਹੈ, ਜਿੱਥੇ ਹਰ ਇੱਕ ਨੂੰ ਆਇਆਂ ਨੂੰ ਗਲ ਨਾਲ ਲਾਇਆ ਜਾਂਦਾ ਹੈ, ਹਰ ਇੱਕ ਨੂੰ ਆਸਰਾ ਦਿੱਤਾ ਜਾਂਦਾ ਹੈ। ਇਹ ਉਹ ਦਰ ਹੈ ਜਿੱਥੇ ਆ ਕੇ ਹਰ ਇੱਕ ਨੂੰ ਨਿਮਾਣੇ ਨੂੰ ਮਾਣ ਮਿਲਦਾ ਹੈ, ਨਿਤਾਣੇ ਨੂੰ ਤਾਣ ਮਿਲਦਾ ਹੈ, ਨਿਉਟੇ ਨੂੰ ਓਟ ਨੇ ਆਸਰੇ ਨੂੰ ਆਸਰਾ ਮਿਲਦਾ ਹੈ। ਇਹ ਉਹ ਘਰ ਹੈ ਜਿੱਥੇ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਪਰ ਸਮੇਂ ਦੀਆਂ ਸਰਕਾਰਾਂ ਨੇ ਜੋ ਸਮੇਂ ਦੇ ਨਾਲ ਆਪਣੇ ਹੰਕਾਰੀ ਹੁਕਮਰਾਨ ਜਾਰੀ ਕਰਕੇ ਇਹਨਾਂ ਪਵਿੱਤਰ ਅਸਥਾਨਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਇਹ ਕਰਦੇ ਆਏ ਤੇ ਕਰਦੇ ਰਹਿਣਗੇ। ਪਰ ਸੱਚ ਜਾਣਿਓ, ਇਹ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਆ ਕੇ ਅਸੀਂ ਨਿਰੰਕਾਰ ਨੂੰ ਮਿਲਦੇ ਹਾਂ। ਇਹ ਉਹ ਹਰੀ ਦਾ ਮੰਦਰ ਹੈ ਜਿੱਥੇ ਆ ਕੇ ਅਸੀਂ ਨਿਰੰਕਾਰ ਨਾਲ ਮਿਲ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ, ਜਾਂ ਕਹਿ ਲਓ ਕਿ ਆ ਸਾਡੀ ਧੜਕਣ ਹੈ। ਤੇ ਜੇ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ, ਗੁਰੂ ਹਰਗੋਬਿੰਦ ਸਾਹਿਬ, ਸਾਨੂੰ ਤੁਸੀਂ ਮੀਰੀ ਤੇ ਪੀਰੀ ਦੇ ਮਾਲਕ ਬਣਾ ਕੇ ਅਕਾਲ ਤਖਤ ਸਾਹਿਬ ਦੀ ਦਾਤ ਬਖਸ਼ੀ ਹੈ। ਇਹ ਸਾਡੀ ਸਰਦਾਰੀ ਹੈ, ਇਹ ਸਾਡੇ ਸਿਰ ਦਾ ਤਾਜ ਹੈ ਜਿਹੜਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਸਤੇ ਪ੍ਰੇਰਨਾ ਦਿੰਦਾ ਹੈ। ਜਾਂ ਕਹਿ ਲਓ ਕਿ ਇੱਕ ਨਿਮਰਤਾ ਦਾ ਘਰ ਹੈ ਜਿੱਥੇ ਝੁੱਕ ਕੇ ਆਇਆ ਜਾਂਦਾ ਹੈ।
ਇੱਕ ਉਹ ਜਿਹੜਾ ਚੜ੍ਹਦੀ ਕਲਾਂ ਦਾ ਘਰ ਹੈ ਜਿੱਥੇ ਚੜ੍ਹ ਕੇ ਜਾਇਆ ਜਾਂਦਾ ਹੈ। ਪਰ ਸਮੇਂ ਦੇ ਹੁਕਮਰਾਨ ਕੋਸ਼ਿਸ਼ਾਂ ਕਰਦੇ ਰਹੇ, ਕਿਉਂਕਿ ਜਦੋਂ ਵੀ 1 ਜੂਨ ਦਾ ਦਿਨ ਆਏਗਾ ਸਾਨੂੰ ਉਹ 84 ਦਾ ਜਿਹੜਾ ਘੱਲੂਘਾਰਾ ਕਦੇ ਨਹੀਂ ਭੁੱਲਣਾ, ਤੇ ਭੁੱਲਣਾ ਵੀ ਸਾਨੂੰ ਨਹੀਂ ਚਾਹੀਦਾ। ਆਉਣ ਵਾਲੀ ਪੀੜ੍ਹੀਆਂ ਤੱਕ ਇਹ ਚੇਤਾ ਰਹਿ ਜਾਏ ਕਿ ਇਹਨਾਂ ਹੁਕਮਰਾਨਾਂ ਨੇ ਘੱਲੂਘਾਰੇ ਦਾ ਅਰਥ ਹੁੰਦਾ ਤਬਾਹੀ ਮਚਾਉਣੀ, ਉਹਦਾ ਅਰਥ ਹੁੰਦਾ ਵਿਨਾਸ਼ ਕਰ ਦੇਣਾ। ਤੇ ਜਿਹੜੇ ਤਬਾਹੀਆਂ ਮਚਾਉਣ ਆਉਂਦੇ ਆ ਉਹ ਇਹੀ ਸੋਚ ਕੇ ਆਉਂਦੇ ਆ ਕਿ ਇਹਨਾਂ ਦਾ ਵਿਨਾਸ਼ ਕਰ ਦੇਣਾ ਹੈ। 3 ਘੱਲੂਘਾਰਿਆਂ ਦਾ ਇਤਿਹਾਸ ਤੁਹਾਨੂੰ ਪਤਾ ਹੈ। ਇੱਕ ਨੂੰ ਛੋਟਾ ਘੱਲੂਘਾਰਾ ਕਹਿੰਦੇ ਆ, ਇੱਕ ਨੂੰ ਵੱਡਾ। ਇੱਕ ਆਹ 84 ਦਾ ਉਹ ਘੱਲੂਘਾਰਾ ਜਿਹਦੇ ਵਿੱਚ ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਨਹੀਂ ਬਖਸ਼ਿਆ ਗਿਆ, ਜਿਹਦੇ ਵਿੱਚ ਪਿਆਸੇ ਤਿਹਾਇਆਂ ਨੂੰ 1 ਘੁੱਟ ਪਾਣੀ ਦਾ ਵੀ ਨਸੀਬ ਨਹੀਂ ਹੋਣ ਦਿੱਤਾ ਗਿਆ, ਜਿਹੜਾ ਰੋਡ ਸੜਕਾਂ ਤੇ ਖਲੋ ਕੇ ਹਰ ਇੱਕ ਨੂੰ ਕਹਿੰਦਾ ਵੀ ਆਓ ਜਲ ਛਕ ਕੇ ਜਾਓ, ਆਓ ਮਿੱਠਾ ਜਲ ਛਕ ਕੇ ਜਾਓ। ਤੇ ਜਿਹਨੂੰ ਉਹ ਖਲੋ ਕੇ ਕਹਿੰਦਾ ਹੱਥ ਜੋੜ ਕੇ, ਉਹ ਕਿਸੇ ਦਾ ਧਰਮ ਤੇ ਕਿਸੇ ਦਾ ਵਰਨ ਨਹੀਂ ਦੇਖਦਾ, ਉਹ ਕਿਸੇ ਦੀ ਗਰੀਬੀ ਤੇ ਅਮੀਰੀ ਨਹੀਂ ਵੇਖਦਾ। ਹਰ ਗੁਰੂ ਕਾ ਪਿਆਰਾ ਹੱਥ ਜੋੜ ਕੇ ਕਹਿੰਦਾ ਆਓ ਜਲ ਛਕ ਕੇ ਜਾਇਓ। ਪਰ ਇਹਨਾਂ ਦਿਨਾਂ ਦੇ ਵਿੱਚ ਇੰਨਾ ਕੁ ਕਹਿਰ ਜਿਹੜਾ ਸੀ ਉਹ ਢਾਇਆ ਗਿਆ ਕਿ 1 ਪਾਣੀ ਦੀ ਬੂੰਦ ਤੱਕ ਵੀ ਜਿਹੜਾ ਸੀ ਉਹ ਤਰਸਾਇਆ ਗਿਆ। ਇਹ ਸ਼ੁਰੂਆਤ ਜਦੋਂ ਆਜ਼ਾਦੀ ਮਿਲਦੀ ਹੈ 1947 ਵਿੱਚ, ਕੱਲ ਵੀ ਆਪ ਜੀ ਨੇ ਸਰਵਨ ਕੀਤਾ ਹੋਵੇਗਾ ਕਿ 1947 ਦੇ ਵਿੱਚ 94% ਗੁਰੂ ਕੇ ਸਿੱਖਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਇੱਕ ਪਾਸੇ ਕਰਕੇ ਆਪਣਾ ਰਾਜ, ਆਪਣਾ ਸਿੱਕਾ ਜਿਹੜਾ ਇਹਨਾਂ ਚਲਾਇਆ। ਸਮਾਂ ਜਿਹੜਾ ਸੀ ਆਪਣੀ ਚਾਲ ਚੱਲਦਾ ਗਿਆ। 1971 ਦੇ ਵਿੱਚ ਜਿਹੜੀ ਆ ਲੜਾਈ ਬੰਗਲਾਦੇਸ਼ ਦੀ, ਕਿਉਂਕਿ ਜਿਹੜੇ ਬਹਾਦਰ ਸੂਰਮੇ ਇਸ ਥਾਂ ਤੇ ਰਹਿ ਕੇ ਆਪਣਾ ਆਪ ਕੁਰਬਾਨ ਕਰ ਗਏ, ਉਹਨਾਂ ਅੰਦਰ ਇੱਕ ਭਾਵਨਾ ਸੀ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ। ਉਹਨਾਂ ਵਿੱਚੋਂ ਦੀ ਇੱਕ ਨੇ ਸਰਦਾਰ ਸੁਬੇਗ ਸਿੰਘ, ਜਰਨਲ ਸੁਬੇਗ ਸਿੰਘ। ਪਰ ਇਹਨਾਂ ਦਾ ਪਿਛੋਕੜ ਵੇਖੋ, 1971 ਦੀ ਲੜਾਈ ਵਿੱਚ ਬੰਗਲਾਦੇਸ਼ 90,000 ਜਿਹੜੇ ਆ ਉਹ ਫੌਜੀਆਂ ਦੇ ਹੱਥ ਖੜੇ ਕਰਵਾ ਦਿੱਤੇ ਇਕੱਲੇ ਭਾਈ ਸੁਬੇਗ ਸਿੰਘ ਨੇ। ਔਰ ਇਹ ਜਿਹੜੇ ਸਰਦਾਰ ਸੁਬੇਗ ਸਿੰਘ, ਜਰਨਲ ਸੁਬੇਗ ਸਿੰਘ ਨੇ, ਇਹ ਕੌਣ? ਇਹਨਾਂ ਦਾ ਪਿਛੋਕੜ ਪਰਿਵਾਰ ਤੁਸੀਂ ਵੇਖੋਗੇ ਨਾ, ਇਸੇ ਅਸਥਾਨ ਤੇ ਕਿਸੇ ਵੇਲੇ ਮੱਸਾ ਰੰਗੜ ਨੇ ਆ ਕੇ ਦੁਰਵਰਤੋਂ ਕਰਕੇ ਪਵਿੱਤਰਤਾ ਨੂੰ ਖਤਮ ਕਰਨ ਦਾ ਯਤਨ ਕੀਤਾ। ਉਸ ਵੇਲੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵਰਗੇ ਆਉਂਦੇ ਆ ਇਸ ਹੰਕਾਰੀ ਦਾ ਸਿਰ ਲਾਉਣ ਵਾਸਤੇ। ਉਹ ਜਿਹੜਾ ਭਾਈ ਮਹਿਤਾਬ ਸਿੰਘ ਹੈ ਨਾ, ਉਸ ਭਾਈ ਮਹਿਤਾਬ ਸਿੰਘ ਦੀ ਅੰਸ਼ ਵਿੱਚੋਂ ਹੀ ਇਹਨੇ ਜਰਨਲ ਸੁਬੇਗ ਸਿੰਘ। ਅੰਦਰ ਇੱਕ ਸ਼ਹੀਦੀ ਵਾਲਾ ਜਿਹੜਾ ਕਹਿ ਲਓ ਕਿ ਬਲੱਡ ਅੰਦਰ ਸੀ। ਅੱਜ ਉਹਨੇ ਅੰਦਰ ਐਸੀ ਭਾਵਨਾ ਬਣਾਈ, ਕਿਉਂਕਿ ਠੇਸ ਬੜੀ ਮਨ ਨੂੰ ਪਹੁੰਚੀ ਸੀ ਕਿ ਜਿਹੜਾ 90,000 ਫੌਜੀਆਂ ਦੇ ਹੱਥ ਕੱਲੇ ਨੇ ਖੜੇ ਕਰਵਾ ਦਿੱਤੇ, ਤੇ ਉਸੇ ਹੀ ਸਰਕਾਰ ਨੇ ਉਸੇ ਹੀ ਸਰਦਾਰ ਸੁਬੇਗ ਸਿੰਘ ਉੱਤੇ ਝੂਠਾ ਇਲਜ਼ਾਮ ਲਾ ਕੇ ਫੌਜ ਵਿੱਚੋਂ ਕੱਢ ਦਿੱਤਾ। ਤੇ ਮਨ ਨੇ ਆਖਿਆ, ਮਨਾ ਇੱਕ ਫੌਜ ਨੇ ਕੱਢਿਆ, ਦੂਜੀ ਫੌਜ ਵਿੱਚ ਭਰਤੀ ਹੋ ਜਾ, ਜਿਹਨੂੰ ਅਕਾਲ ਪੁਰਖ ਦੀ ਫੌਜ ਕਹਿੰਦੇ ਆ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਮਾਲਕ ਦੀ ਮੌਜ ਵਿੱਚ ਪ੍ਰਗਟ ਕੀਤਾ ਹੈ। ਵੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਕਿਉਂਕਿ ਇਹ ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਅਕਾਲ ਪੁਰਖ ਦੀ ਫੌਜ ਵਿੱਚ ਆ ਕੇ ਭਰਤੀ ਹੋਣਾ। ਔਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਕਮਾਈ ਵਾਲਾ ਜੀਵਨ ਵੇਖਿਆ। ਇਹ ਉਹ ਅਸਥਾਨ ਹੈ ਜਿੱਥੇ ਰਹਿ ਕੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ, ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹਰ ਇੱਕ ਦਾ ਭਲਾ ਮੰਗਣਾ ਸਿਖਾਉਂਦਾ ਹੈ, ਕਿਸੇ ਦਾ ਬੁਰਾ ਕਰਨਾ ਨਹੀਂ ਸਿਖਾਉਂਦਾ। ਜੇ ਕਿਸੇ ਦੀ ਧੀ ਭੈਣ ਦੀ ਪੱਤ ਕੋਈ ਲੁੱਟ ਲੈਂਦਾ ਹੈ ਤੇ ਉਹਨੂੰ ਇਨਸਾਫ ਦਿਵਾਇਆ ਜਾਂਦਾ ਹੈ। ਜੇ ਕਿਸੇ ਦਾ ਧਰਮ ਮੰਦਰ ਟੁੱਟ ਜਾਂਦਾ ਹੈ ਤੇ ਉਹਦੀ ਮਦਦ ਕੀਤੀ ਜਾਂਦੀ ਹੈ। ਹਰ ਇੱਕ ਫਰਿਆਦੀ ਦੀ ਫਰਿਆਦ ਸੁਣ ਕੇ ਉਹਦਾ ਦੁੱਖ ਸਾਂਝਾ ਕੀਤਾ ਜਾਂਦਾ ਹੈ। ਪਰ ਸਮੇਂ ਦੇ ਹੁਕਮਰਾਨ, ਦਿੱਲੀ ਦੇ ਤਖਤ ਤੇ ਬੈਠੀ ਇੰਦਰਾ ਨੂੰ ਇਹ ਗੱਲ ਹਜ਼ਮ ਕੋਈ ਨਹੀਂ ਹੁੰਦੀ। ਔਰ ਕੁਝ ਮਤੇ ਜਿਹੜੇ ਨੇ ਉਹ
ਪਕਾਏ ਗਏ, ਜਿਹਦੇ ਵਿੱਚ ਆਪਣੇ ਹੱਕ ਲੈਣ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਗਈਆਂ ਸਨ। 1971 ਦੀ ਲੜਾਈ ਦੇ ਵਿੱਚ ਜਿਹੜੇ ਜਰਨਲ ਸੁਬੇਗ ਸਿੰਘ ਉਹ ਫੌਜ ਵਿੱਚੋਂ ਕੱਢਿਆ ਤੇ ਇੱਥੇ ਆ ਜਾਂਦੇ ਆ। ਫਿਰ 1977 ਦਾ ਸਮਾਂ ਆਉਂਦਾ ਹੈ ਜਦੋਂ ਆ ਨਿਰੰਕਾਰੀ ਦਾ ਦਰਬਾਰ ਸਜਾਉਣ ਦੀਆਂ ਗੱਲਾਂ ਹੁੰਦੀਆਂ। ਉਦੋਂ ਵੀ ਗੁਰੂ ਕੇ ਸਿੰਘ ਟਕਸਾਲ ਵਿੱਚੋਂ ਗੁਰੂ ਕੇ ਸਿੰਘ ਜਾਂਦੇ ਆ, ਪਰ ਉਹ ਸ਼ਹੀਦੀ ਦਾ ਜਾਮ ਪੀ ਲੈਂਦੇ ਨੇ। ਉਹ ਬੜੇ ਸ਼ਾਂਤ ਨਾਲ ਸਮਝਾਉਣ ਗਏ, ਪਰ ਅੱਗੋਂ ਉਹਨਾਂ ਨੇ ਸ਼ਹੀਦ ਕਰ ਦਿੱਤਾ। 1977 ਦਾ ਸਮਾਂ, ਫਿਰ 1978 ਦਾ ਸਮਾਂ, ਇਸੇ ਤਰ੍ਹਾਂ ਸਮਾਂ ਚੱਲਦਾ ਗਿਆ। ਇਹ 81, 82 ਤੇ 83 ਦਾ ਸਮਾਂ ਜਿਹੜਾ ਆਇਆ, ਇਹਦੇ ਵਿੱਚ ਪੰਜਾਬ ਦਾ ਪਾਣੀ ਵੀ ਸਾਡੇ ਕੋਲੋਂ ਖੋਹਣ ਦੀਆਂ ਗੱਲਾਂ ਹੋ ਪਈਆਂ। ਔਰ ਇਹ ਜਿਹੜਾ ਅੰਮ੍ਰਿਤਸਰ ਸ਼ਹਿਰ, ਇਹਨੂੰ ਪਵਿੱਤਰ ਅਸਥਾਨ ਜਿਹੜਾ ਐਲਾਨਿਆ ਜਾਵੇ, ਇਹ ਮੰਗ ਅੱਗੇ ਰੱਖੀ ਗਈ। ਕੁਝ ਸਾਡੇ ਆਪਣੇ ਹੱਕ ਸੀ ਜਿਹੜੇ 1947 ਵੇਲੇ ਵਾਅਦਾ ਕੀਤਾ ਤੇ ਮੁਕਰ ਗਏ। ਉਹ ਹੱਕ ਜਦੋਂ ਅਸੀਂ ਮੰਗੇ ਤੇ ਉਲਟਾ ਕੀ ਹੋਇਆ, ਸਾਡੇ ਤੇ ਕਈ ਇਲਜ਼ਾਮ ਜਿਹੜੇ ਆ ਉਹ ਲਾ ਦਿੱਤੇ ਗਏ। ਵੱਖ-ਵੱਖ ਧਰਮ ਮੋਰਚੇ ਲੱਗਦੇ ਗਏ। ਅੱਜ ਵੀ ਮੋਰਚਾ ਦੇਖੋ ਲੱਗਾ, ਕਿਸਾਨੀ ਮੋਰਚਾ ਲੱਗਾ, ਪਰ ਇਹ ਮੰਗਾਂ ਤੇ ਉਦੋਂ ਵੀ ਮੰਗੀਆਂ ਗਈਆਂ ਸਨ। ਪਰ ਹਰ ਸਮੇਂ ਹਰ ਮੋਰਚੇ ਵਿੱਚ ਸਿੱਖਾਂ ਨੂੰ ਬਦਨਾਮ ਕਰਕੇ ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਬੇਨਤੀ ਸਮਝ ਕੇ ਚੱਲਿਓ ਕਿ ਜਿਹੜਾ ਕਿਸਾਨੀ ਮੋਰਚਾ ਨਾ, ਜਿਹੜਾ ਅੰਨ ਅਨਾਜ ਖਾਂਦਾ, ਹਰ ਕੋਈ ਇਨਸਾਨ ਕਿਸੇ ਵੀ ਧਰਮ ਵਰਗ ਦਾ ਉਹ ਕਿਸਾਨ ਹੈ। ਜਿਹੜਾ ਆਪਣੇ ਪੇਟ ਵਿੱਚ ਅਨਾਜ ਪਾਉਂਦਾ ਉਹ ਹਰ ਇੱਕ ਇਨਸਾਨ ਕਿਸਾਨ ਦੇ ਰੂਪ ਵਿੱਚ ਹੈ। ਤੇ ਫਿਰ ਸਾਨੂੰ ਸਿੱਖਾਂ ਨੂੰ ਵੱਖਰਾ ਕਰਕੇ ਬਦਨਾਮ ਕਿਉਂ? ਕਿਉਂਕਿ ਇਹ ਚਾਲਾਂ ਉਦੋਂ ਦੀਆਂ ਹੀ ਚੱਲਦੀਆਂ ਆ ਰਹੀਆਂ ਸਨ। ਤੇ ਜਿਹੜੀ ਚੜ੍ਹਦੀ ਕਲਾ ਵੇਖੀ, ਅਸਲ ਵਿੱਚ ਗੱਲ ਕਿਹੜੀ ਆ, ਉਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਬਹਾਦਰ ਯੋਧੇ ਔਰ ਜਨਰਲ ਸੁਬੇਗ ਸਿੰਘ ਵਰਗੇ ਦੀ ਗੱਲ ਨਹੀਂ। ਗੱਲ ਤਾਂ ਸੀ ਕਿ ਆਹ ਜਿਹੜੇ ਧਰਮ ਦੇ ਅਸਥਾਨ ਨੇ, ਜਿਹੜੇ ਚੜ੍ਹਦੀ ਕਲਾ 'ਚ ਰਹਿਣਾ ਸਿਖਾਉਂਦੇ ਆ, ਇਹਨਾਂ ਨੂੰ ਕਿਵੇਂ ਮਿਟਾਉਣਾ ਹੈ। ਉਹਦਾ ਇੱਕ ਮਿਸ਼ਨ ਬਣਾਇਆ ਗਿਆ ਔਰ ਉਹਦਾ ਨਾਮ ਰੱਖਿਆ ਗਿਆ ਬਲੂ ਸਟਾਰ। ਬਲੂ ਦਾ ਅਰਥ ਤੁਸੀਂ ਸਮਝਦੇ ਹੋ ਨੀਲਾ, ਸਟਾਰ ਦਾ ਅਰਥ ਹੈ ਸਾਡੀਆਂ ਦਸਤਾਰਾਂ ਜਿਹੜੀਆਂ ਸਟਾਰ ਬਣ ਕੇ ਚਮਕਦੀਆਂ ਨੇ। ਉਹਨਾਂ ਆਖਿਆ ਆ ਨੀਲੀਆਂ ਦਸਤਾਰਾਂ ਵਾਲੇ ਜਿਹੜੇ ਨੇ ਇਹ ਆਪਣੇ ਹੱਕ ਮੰਗਣ ਲਈ ਅੱਗੇ ਆਉਂਦੇ ਆ, ਕਿਉਂ ਨਾ ਹੋਵੇ ਇਹਨਾਂ ਨੂੰ ਮਿਟਾ ਦਿੱਤਾ ਜਾਏ। ਆ ਸਾਡੀਆਂ ਦਸਤਾਰਾਂ ਅੱਜ ਵੀ ਪਤਾ ਨਹੀਂ ਕਿੰਨਿਆਂ ਦੀ ਇੱਜ਼ਤਾਂ ਬਚਾਉਂਦੀਆਂ ਨੇ, ਅੱਜ ਵੀ ਪਤਾ ਨਹੀਂ ਕਿੰਨਿਆਂ ਨੂੰ ਜਿਹੜਾ ਉਹ ਮੌਤ ਦੇ ਘਾਟ ਤੋਂ ਬਚਾਉਂਦੀਆਂ ਨੇ, ਡੁੱਬਣ ਤੋਂ ਬਚਾਉਂਦੀਆਂ। ਇਹ ਦਸਤਾਰਾਂ ਦੀ ਬੜੀ ਅਹਿਮੀਅਤ ਹੈ। ਖੈਰ ਸਮਾਂ ਨੇੜੇ ਲੱਗਦਾ ਜਾ ਰਿਹਾ। ਕਹਿੰਦੇ ਨੇ 17 ਦਿਨ ਲਗਾਤਾਰ ਹਿਮਾਚਲ ਪ੍ਰਦੇਸ਼ ਵਿੱਚ ਆ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਟ੍ਰੇਨਿੰਗ ਫੌਜ ਨੂੰ ਦਿੱਤੀ ਗਈ ਸੀ, ਕਿਉਂਕਿ ਇਸ ਤੋਂ ਪਹਿਲਾਂ ਬਲੂ ਸਟਾਰ ਮਿਸ਼ਨ ਨੂੰ ਪੂਰਾ ਕਰਨ ਲਈ ਪੂਰੇ ਪੰਜਾਬ ਦੀ ਪੁਲਿਸ ਨੂੰ ਆਖਿਆ। ਉਹਨਾਂ ਆਖਿਆ ਇਹ ਕੰਮ ਨਹੀਂ ਹੋਣਾ। ਫਿਰ ਉਹਨਾਂ ਨੇ ਕਹਿਣ ਲੱਗੇ ਜਿੰਨੇ ਵੀ ਆ ਫੌਜੀ ਨੇ ਉਹਨਾਂ ਨੂੰ ਆਖਿਆ। ਫਿਰ ਬਕਾਇਦਾ ਜਿਹੜਾ ਉਹ ਬਾਹਰੋਂ ਫੌਜੀ ਜਿਹੜੇ ਆ ਉਹ ਤਿਆਰ ਕੀਤੇ ਗਏ ਨੇ, ਜਿਨ੍ਹਾਂ ਦਾ ਮੁਖੀ ਵੈਦਿਆ ਬਣਾਇਆ ਗਿਆ। ਉਹਦੀ ਕਮਾਂਡ ਦੇ ਹੇਠ ਤਿਆਰੀ ਕਰਕੇ 30 ਮਈ ਨੂੰ ਉਹਨਾਂ ਨੂੰ ਦਿੱਲੀ ਸੱਦਿਆ ਗਿਆ ਔਰ ਐਲਾਨ ਕਰ ਦਿੱਤਾ ਕਿ ਪੂਰੇ ਪੰਜਾਬ ਨੂੰ ਪੂਰੇ ਜਿਹੜਾ ਦੇਸ਼ ਨਾਲੋਂ ਵੱਖ ਕਰ ਦਿੱਤਾ ਜਾਏ। ਅੱਜ 1 ਤਰੀਕ ਆਈ ਤੇ ਪੂਰੇ ਪੰਜਾਬ ਦੇ ਵਿੱਚ ਫੌਜੀ ਜਿਹੜੇ ਆ ਉਹ ਚਾਰੇ ਪਾਸੇ ਘੇਰ ਲੈਂਦੇ ਆ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਸੰਗਤਾਂ ਜਿਹੜੀਆਂ ਨੇ ਉਹ ਭਾਵਨਾ ਨਾਲ ਮਨਾਉਣ ਇਕੱਤਰ ਹੋ ਰਹੀਆਂ ਨੇ। ਤੇ 1,33,000 ਦੇ ਕਰੀਬ ਫੌਜੀ ਉਹ ਨੇ ਜਿਨ੍ਹਾਂ ਨੇ ਬਲੂ ਸਟਾਰ ਦਾ ਮਿਸ਼ਨ ਕੁਝ ਘੰਟਿਆਂ 'ਚ ਪੂਰਾ ਕਰਨਾ ਸੀ, ਤੇ 6 ਲੱਖ ਫੌਜੀ ਉਹ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਘੇਰਾ ਪਾਉਣਾ ਸੀ। ਅੱਜ ਦਾ ਦਿਨ ਗੋਲਾਬਾਰੀ, ਗੋਲੀਆਂ ਜਿਹੜੀਆਂ ਨੇ ਟਾਵੀਆਂ ਸ਼ੁਰੂ ਹੁੰਦੀਆਂ ਨੇ। ਅੰਦਰ ਦਾ ਅੰਦਾਜ਼ਾ ਲਾਉਣ ਲਈ ਵੀ ਅੰਦਰ ਕੀ ਕੁਝ ਹੈ। ਘੇਰਾ ਪਿਆ। ਅੱਜ ਦਿਨ ਕੁਝ ਕਿਤੇ ਗੋਲੀਆਂ ਚੱਲਣਗੀਆਂ। ਇਹਨਾਂ ਦੀ ਪਲੈਨਿੰਗ ਇਹ ਹੋਏਗੀ ਕਿ ਰਾਤ ਦਾ ਸਮਾਂ ਆਏਗਾ ਤੇ ਰਾਤ ਆਪਾਂ ਘੇਰਾ ਪਾ ਕੇ ਕੁਝ ਘੰਟਿਆਂ ਦੇ ਵਿੱਚ ਗੋਲੀ ਦੀਆਂ ਬਰਸਾਤ ਕਰਕੇ ਤੇ ਅਸੀਂ ਜਿਹੜਾ ਅੰਦਰ ਬਹਾਦਰ ਯੋਧੇ ਜਿਹੜੇ ਅੰਦਰ ਨੇ ਉਹਨਾਂ ਨੂੰ ਅਸੀਂ ਪਕੜ ਲਾਂਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ, ਇਹ ਉਹ ਤਖਤ ਹੈ ਜਿਹਦੇ ਅੱਗੇ ਦੁਨੀਆ ਦੇ ਤਖਤਵਾਨ ਝੁਕ ਜਾਂਦੇ ਆ। ਬੜੇ ਹੁਕਮਰਾਨ ਆਏ,
ਉਹ ਆਪਣਾ ਹੁਕਮ ਵਜਾ ਕੇ ਤੁਰ ਗਏ, ਪਰ ਇੱਥੋਂ ਦੇ ਨਿਸ਼ਾਨ ਝੂਲਦੇ ਆ ਤੇ ਸਦਾ ਝੂਲਦੇ ਰਹਿਣਗੇ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵਿਚਾਰੋਗੇ ਔਰ ਚੇਤੇ ਕਰੋਗੇ ਉਸ 84 ਦੇ ਘੱਲੂਘਾਰੇ ਵਿੱਚ ਕਿਵੇਂ ਇਹਨਾਂ ਨੇ ਕਹਿਰ ਢਾਹ ਕੇ, ਕਿਵੇਂ ਬਿਜਲੀ ਦਾ ਕਨੈਕਸ਼ਨ ਕੱਟ ਕੇ ਤੇ ਪਿਆਸੇ ਤਿਹਾਏ ਜਿਹੜਾ ਉਹ ਸ਼ਹੀਦ ਕੀਤਾ। ਉਹਨਾਂ ਸ਼ਹੀਦਾਂ ਨੂੰ ਆਪਾਂ ਪ੍ਰਣਾਮ। ਕੁਝ ਮਿੰਟ ਕੁ ਵਾਸਤੇ ਲੜੀਵਾਰ ਵਿਚਾਰ ਨਾਲ ਬੜੇ ਪਿਆਰ ਨਾਲ ਸਾਂਝ ਪਾਓ ਜੀ। ਗੋਂਡ ਮੋਕੋ ਤਾਰ ਲੇ ਰਾਮਾ ਤਾਰ ਲੇ। ਗੌਂਡ ਰਾਗ ਲੜੀਵਾਰ ਵਿਚਾਰ ਜੋ ਇਸ ਅਸਥਾਨ ਤੇ ਚੱਲ ਰਹੀ ਹੈ, ਭਗਤ ਨਾਮਦੇਵ ਜੀ ਵੀ ਇਹੀ ਅਰਦਾਸ ਜਿਹੜੀ ਕਰ ਰਹੇ ਨੇ। 873 ਅੰਗ ਦੇ ਉੱਤੇ ਪਾਵਨ ਬਚਨ ਨੇ। ਉਹ ਵੀ ਅਰਦਾਸ ਕਰਕੇ ਕਹਿੰਦੇ ਮੇਰੇ ਦਾਤਾ ਰਮੇ ਹੋਏ ਰਾਮ, ਕਿਉਂਕਿ ਕਬੀਰ ਰਾਮ ਕਹਿਣ ਮੈਂ ਭੇਦ ਹੈ, ਉਹ ਰਮਿਆ ਹੋਇਆ ਰਾਮ ਕਹਿੰਦੇ ਨੇ ਹੇ ਰਾਮ ਭਾਈ ਪਰਮੇਸ਼ਵਰ ਜੀ ਮੇਰੇ ਵਰਗੇ ਨੂੰ ਇਸ ਭਵਜਲ ਚੋਂ ਤਾਰ ਲਵੋ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠੁਲਾ ਬਾਹ ਦੇ। ਹੇ ਮੇਰੇ ਬਾਪ, ਹੇ ਮੇਰੇ ਪਿਤਾ, ਪਿਤਾ ਨੂੰ ਹੀ ਰਾਮ ਕਹਿ ਰਹੇ ਨੇ, ਪਿਤਾ ਨੂੰ ਹੀ ਬੀਠਲ ਕਹਿ ਰਹੇ ਨੇ, ਕਿਉਂਕਿ ਹਰ ਜੀ ਪਿਤਾ, ਹਰ ਜੀ ਮਾਤਾ, ਹਰ ਜੀਓ ਪ੍ਰਤਪਾਲਕ। ਉਹ ਜਿਹੜਾ ਮਾਤ ਪਿਤਾ ਪਰਮੇਸ਼ਵਰ ਹੈ ਉਹਨੂੰ ਹੀ ਬੀਠਲ ਰੂਪ ਵਿੱਚ ਕਹਿ ਰਹੇ ਨੇ। ਮੈਂ ਅਣਜਾਣ ਤੇਰੇ ਦਰ ਦਾ ਜਨ ਹਾਂ, ਮੈਨੂੰ ਤਰਨਾ ਕੋਈ ਨਹੀਂ ਆਉਂਦਾ, ਤੁਸੀਂ ਕਿਰਪਾ ਕਰਕੇ ਮੇਰੀ ਬਾਹ ਪਕੜ ਕੇ ਮੈਨੂੰ ਤਾਰ ਲਵੋ ਜੀ। ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਦੇਖੋ ਕੈਸੀ ਵਿਚਾਰ ਅੱਜ ਸੁਮੇਲ ਹੈ ਕਿ ਉਧਰ ਕਹਿ ਰਹੇ ਆ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਇੱਧਰ ਕਹਿ ਰਹੇ ਆ ਕਿ ਸਤਿਗੁਰ ਬੁੱਧ ਸਿਖਲਾਈ। ਜਿਹਨੂੰ ਸਤਿਗੁਰੂ ਨੇ ਆਪਣੀ ਮੱਤ ਦੇ ਕੇ, ਸਿੱਖਿਆ ਦੇ ਕੇ ਉਹਨੂੰ ਇਸ ਤਰਨ ਵਾਸਤੇ ਭਵਜਲ ਚੋਂ ਪਾਰ ਹੋਣ ਵਾਸਤੇ ਮੱਤ ਦਿੱਤੀ ਆ ਨਾ। ਮਾਲਕ ਜੀ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਉਹ ਜਿਹੜੇ ਨਰ ਦਾ ਅਰਥ ਹੈ ਮਨ, ਮਨ ਕਹਿੰਦੇ ਮਨੁੱਖ, ਉਹ ਮਨੁੱਖ ਜਿਹੜੇ ਸੀ ਪਲ ਵਿੱਚ ਹੀ, ਨਿਮਖ ਵਿੱਚ ਹੀ ਦੈਵੀ ਗੁਣ ਲੈ ਕੇ ਦੈਵੀ ਗੁਣਾ ਵਾਲੇ ਦੇਵਤੇ ਬਣ ਜਾਂਦੇ ਹਨ। ਨਰ ਤੇ ਉਪਜ ਸੁਰਗ ਕਉ ਜੀਤਿਓ, ਸੋ ਅਵਖਦ ਮੈਂ ਪਾਈ। ਮੈਂ ਉਸ ਅਵਖਦ ਨੂੰ, ਦਵਾਈ ਨੂੰ ਪਾਉਣਾ ਚਾਹੁੰਦਾ ਹਾਂ ਜਿਹੜੇ ਮੇਰੇ ਅੰਦਰ ਦੇ ਰੋਗ ਨੂੰ ਕੱਟ ਕੇ ਮੈਨੂੰ ਵੀ ਐਸੀ ਅਵਸਥਾ ਦੇ ਦੇਵੇ ਕਿ ਮੈਂ ਮਨੁੱਖਾ ਜਾਮੇ ਵਿੱਚ ਆਇਆ ਪਰ ਮੈਂ ਸਵਰਗ ਨੂੰ ਜਿੱਤ ਕੇ ਨਿਰੰਕਾਰ, ਸਵਰਗ ਤੱਕ ਨਹੀਂ, ਉਹਨੂੰ ਜਿੱਤ ਕੇ ਨਿਰੰਕਾਰ ਤੱਕ ਪਹੁੰਚਣਾ ਚਾਹੁੰਦਾ ਹਾਂ। ਜਹਾਂ ਜਹਾਂ ਤੂੰ ਨਾਰਦ ਟੇਕੇ, ਨੈਕ ਟਿਕਾਵੋ ਮੋਹੇ। ਇਹ ਵਾਹਿਗੁਰੂ ਜੀ ਜਿਸ ਆਤਮਿਕ ਅਵਸਥਾ ਵਿੱਚ, ਉੱਚੀ ਅਵਸਥਾ ਵਿੱਚ ਧਰੂ ਨਾਰਦ ਵਰਗਿਆਂ ਨੂੰ ਟਿਕਾ ਦਿੱਤਾ, ਮੇਰੇ ਵੀ ਆਤਮਿਕ ਅਵਸਥਾ ਨੂੰ ਇੰਨੀ ਉੱਚੀ ਕਰਕੇ ਉਸ ਅਵਸਥਾ ਵਿੱਚ ਟਿਕਾ ਦੇਵੋ। ਤੇਰੇ ਨਾਮ ਅਵਲਿੰਬ ਲੰਬ ਬਹੁਤ ਜਾਣੇ ਉਦਰੇ, ਨਾਮੇ ਕੀ ਨਿਜ ਮਤ ਏਹ। ਨਾਮਦੇਵ ਜੀ ਅੱਜ ਦੇ ਇਸ ਸ਼ਬਦ ਵਿੱਚ ਕਹਿ ਰਹੇ ਆ ਕਿ ਮੇਰੀ ਇਹ ਜੇ ਮਤ ਜਿਹੜੀ ਮੈਨੂੰ ਮਿਲੀ ਆ ਨਾ, ਉਸ ਅਨੁਸਾਰ ਇਹੋ ਹੀ ਬੇਨਤੀ ਹੈ ਕਿ ਤੇਰੇ ਨਾਮ ਅਵਲੰਬ। ਇਹ ਵਾਹਿਗੁਰੂ ਜੀ ਤੇਰੇ ਨਾਮ ਤੋਂ ਬਿਨਾ ਹੋਰ ਕੋਈ ਦੂਜਾ ਸਹਾਰਾ ਨਹੀਂ ਹੈ। ਬੜੇ ਐਸੇ ਜਨ ਨੇ ਜਿਹੜੇ ਤੇਰੇ ਨਾਮ ਦਾ ਆਸਰਾ ਲੈ ਕੇ ਇਸ ਭਵਜਲ ਚੋਂ ਤਰ ਗਏ ਨੇ। ਇਸ ਲਈ ਮੇਰੇ ਵਰਗੇ ਤੇ ਵੀ ਕਿਰਪਾ ਕਰ ਦਿਓ। ਹੇ ਬਾਪ ਬੀਠਲ, ਹੇ ਰਾਮ, ਹੇ ਪਰਮੇਸ਼ਵਰ ਜੀ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।